ਸਤਿ ਸ਼੍ਰੀ ਅਕਾਲ। ਮੁੱਦਾ USA ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਜਿਹੜਾ ਅਸੀਂ ਵਿਸ਼ਾ ਲੈ ਕੇ ਆਏ ਆ ਬੜਾ ਹੀ ਖਾਸ ਵਿਸ਼ਾ ਹੈ, ਕਿਉਂਕਿ ਹੁਣ ਸਰਕਾਰ ਟਰੰਪ ਦੀ ਬਦਲ ਗਈ ਹੈ। ਬਾਈਡਨ ਪ੍ਰਸ਼ਾਸਨ ਜਿਹੜਾ ਉਹਨਾਂ ਦੀ ਸਰਕਾਰ ਆ ਗਈ ਹੈ ਔਰ ਬਾਈਡਨ ਨੇ ਆਪਣੇ ਵਾਅਦਿਆਂ ਦੇ ਵਿੱਚ ਬਹੁਤ ਕੁਝ ਅਨਾਉਂਸ ਕੀਤਾ ਸੀ, ਜਿਹਦੇ ਵਿੱਚ ਇਕਨੋਮੀ ਨੂੰ ਉੱਪਰ ਚੱਕਣ ਦੀ ਗੱਲ ਵੀ ਕੀਤੀ ਗਈ ਸੀ ਔਰ ਉਹਦੇ ਵਿੱਚ ਟੈਕਸੇਸ਼ਨ ਜਿਹੜੀ ਪ੍ਰਣਾਲੀ ਆ ਉਹਨੂੰ ਵੀ ਚੇਂਜ ਕਰਨ ਦੀ ਗੱਲ ਕੀਤੀ ਗਈ ਸੀ। ਸੋ ਸਾਡੇ ਨਾਲ ਇਸ ਵੇਲੇ ਵਰਿੰਦਰ ਬੈਂਸ ਜੀ ਨੇ ਜਿਹੜੇ ਕਿ CPA ਨੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦੀਆਂ ਚੇਂਜਸ ਆਉਣ ਵਾਲੇ ਸਮੇਂ ਵਿੱਚ ਟੈਕਸੇਸ਼ਨ ਦੇ ਵਿੱਚ, ਇਨਕਮ ਟੈਕਸ ਨੂੰ ਲੈ ਕੇ ਆਪਾਂ ਜੇ ਗੱਲ ਕਰੀਏ ਤਾਂ ਕਿੱਦਾਂ ਦੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਔਰ ਇਸ ਸਾਲ ਜਿਹੜੀਆਂ ਉਹ ਚੇਂਜਸ ਕਿਸ ਤਰ੍ਹਾਂ ਦੀਆਂ ਹੋਣਗੀਆਂ, ਇਹਦੇ ਬਾਰੇ ਗੱਲਬਾਤ ਕਰਾਂਗੇ। ਵਰਿੰਦਰ ਜੀ, ਤੁਹਾਡਾ ਸਵਾਗਤ ਹੈ। ਔਰ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਟਰੰਪ ਪ੍ਰਸ਼ਾਸਨ ਹੁਣ ਚਲੇ ਗਿਆ ਹੈਗਾ ਔਰ ਬਾਈਡਨ ਦੀ ਸਰਕਾਰ ਆ ਗਈ ਹੈ। ਔਰ ਬਾਈਡਨ ਨੇ ਜਿਹੜੇ ਪ੍ਰੈਜ਼ੀਡੈਂਟ ਨੇ, ਜਿਹੜੇ ਮੌਜੂਦਾ ਸਾਡੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਅਨਾਉਂਸ ਕੀਤਾ ਸੀਗਾ ਕਿ ਅਸੀਂ ਕਾਫੀ ਚੇਂਜਸ ਲੈ ਕੇ ਆਵਾਂਗੇ, ਜਿਹਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਵੀ ਸੀ, ਇਮੀਗ੍ਰੇਸ਼ਨ ਨੂੰ ਲੈ ਕੇ ਵੀ ਸੀ, ਕਲਾਈਮੇਟ ਚੇਂਜ ਨੂੰ ਲੈ ਕੇ ਵੀ ਸੀ ਔਰ ਇਕਨੋਮੀ ਨੂੰ ਲੈ ਕੇ ਖਾਸ ਕਰਕੇ ਟੈਕਸੇਸ਼ਨ ਦੀ ਉਹਨਾਂ ਨੇ ਗੱਲ ਕੀਤੀ ਸੀ ਕਿ ਜਿਹੜੇ ਸਰਮਾਏਦਾਰ ਨੇ ਜਾਂ ਬਿਜ਼ਨਸਮੈਨ ਨੇ ਉਹਨਾਂ ਤੇ ਥੋੜਾ ਜਿਹਾ ਬੋਝ ਪਾਇਆ ਜਾਏਗਾ, ਜਦਕਿ ਮੀਡੀਓਕਰ ਜਿਹੜੇ ਹੈਗੇ ਨੇ ਉਹਨਾਂ ਤੋਂ ਘਟਾਇਆ ਜਾਏਗਾ। ਸੋ ਤੁਹਾਨੂੰ ਕਿੱਦਾਂ ਦੀਆਂ ਐਜ਼ ਏ CPA ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਾਈਡਨ ਸਰਕਾਰ ਚੇਂਜਸ ਲਿਆ ਸਕਦੀ ਹੈ? ਰਾਈਟ, ਪਹਿਲੀ ਗੱਲ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦਰਸ਼ਕਾਂ ਨੂੰ ਵੀ। ਸੋ ਜਦੋਂ ਵੀ ਫਸਟ ਆਫ ਆਲ ਜਿਹੜੀਆਂ ਐਤਕੀ ਇਲੈਕਸ਼ਨ ਹੋਈਆਂ ਮੈਂ ਆਈ ਥਿੰਕ ਬਹੁਤ ਜ਼ਿਆਦਾ ਇੰਟਰਸਟਿੰਗ ਸੀਗੀਆਂ ਤੇ ਇਕੱਲੇ ਇੱਥੇ ਹੀ ਨਹੀਂ ਸਾਰੀ ਦੁਨੀਆ ਨੇ ਦੇਖੀਆਂ ਨੇ ਇਲੈਕਸ਼ਨ। ਤੇ ਇਹ ਇਲੈਕਸ਼ਨਸ ਦੇ ਵਿੱਚ ਕਾਫੀ ਪ੍ਰੋਮਿਸਿਸ ਕੀਤੇ ਗਏ ਨੇ, ਪਰ ਉਹ ਪ੍ਰੋਮਿਸਿਸ ਨੂੰ ਇੰਪਲੀਮੈਂਟ ਕਰਨ ਵਾਸਤੇ ਸ਼ਾਇਦ 1 ਜਾਂ 2 ਸਾਲ ਲੱਗ ਜਾਂਦੇ ਨੇ, ਉਹ ਵੀ ਜਿਹੜੀਆਂ ਚੀਜ਼ਾਂ ਇੰਪਲੀਮੈਂਟ ਹੋਣੀਆਂ ਨੇ। ਸੋ ਜਦੋਂ ਨਵਾਂ ਪ੍ਰੈਜ਼ੀਡੈਂਟ ਆਫਿਸ ਸੰਭਾਲਦਾ ਵਾ ਚੇਂਜਸ ਪਲਾਨ ਹੋਣੇ ਸ਼ੁਰੂ ਹੋ ਜਾਂਦੇ ਨੇ, ਪਰ ਉਹ ਇੰਪਲੀਮੈਂਟ ਹੁੰਦੇ ਨੇ ਸ਼ਾਇਦ ਥੋੜੀ ਜਿਹੀ ਦੇਰ ਬਾਅਦ। ਸੋ ਜਿਹੜੇ ਹੁਣ ਜਿਹੜਾ ਟੈਕਸ ਸੀਜ਼ਨ ਆਪਣਾ ਸ਼ੁਰੂ ਹੋਇਆ 2020 ਦਾ, ਇਹਦੀ April 15 ਤੱਕ ਫਾਈਲਿੰਗ ਹੋਣੀ ਆ ਫਿਲਹਾਲ, ਅਨਲੈਸ ਦੇ ਐਕਸਟੈਂਡਡ। ਤੇ ਉਹਦੇ ਵਿੱਚ ਜ਼ਿਆਦਾ ਚੇਂਜਸ ਨਹੀਂ ਹੋਏ ਹੈਗੇ ਟੈਕਸ ਕੋਡ ਦੇ ਵੱਲੋਂ, ਜਿਹੜੇ ਇਸ ਵਾਰ ਦੇ ਹੈਗੇ ਨੇ। ਤੇ ਇਹਦੇ ਵਿੱਚ ਟੈਕਸ ਦੀਆਂ ਜਿਹੜੀਆਂ ਪ੍ਰੋਵੀਜ਼ਨਸ ਹੁੰਦੀਆਂ ਨੇ ਉਹਨਾਂ ਦੀ ਹਮੇਸ਼ਾ ਐਕਸਪਾਇਰੇਸ਼ਨ ਡੇਟ ਹੁੰਦੀ ਆ। ਸੋ ਜਿਹੜੀ ਐਡਮਿਨਿਸਟ੍ਰੇਸ਼ਨ ਨੂੰ ਉਹ ਪ੍ਰੋਵੀਜ਼ਨਸ ਨਹੀਂ ਠੀਕ ਲੱਗਦੀਆਂ ਉਹ ਉਹਨਾਂ ਨੂੰ ਐਕਸਪਾਇਰ ਹੋ ਲੈਣ ਦਿੰਦੇ ਨੇ, ਤੇ ਜਿਹੜੀ ਐਡਮਿਨਿਸਟ੍ਰੇਸ਼ਨ ਨੂੰ ਠੀਕ ਲੱਗਦੀਆਂ ਨੇ ਉਹਨੂੰ ਐਕਸਟੈਂਸ਼ਨ ਦਿੱਤੀ ਜਾਂਦੀ ਆ 2 ਸਾਲ ਦੀ ਜਾਂ 5 ਸਾਲ ਦੀ। ਰੀਅਲੀ ਡਿਪੈਂਡਸ ਔਨ ਦ ਪ੍ਰੋਵੀਜ਼ਨ, ਰਾਈਟ। ਸੋ ਜਿਹੜਾ 2020 ਟੈਕਸ ਕੋਡ ਹੈਗਾ ਵਾ ਇਹਦੇ ਵਿੱਚ ਸਟਿਲ ਸੇਮ 7 ਬ੍ਰੈਕਟਸ ਹੈਗੀਆਂ ਨੇ, ਤੇ ਜਿਹੜੀਆਂ ਬ੍ਰੈਕਟਸ ਆ ਉਹ ਇਨਫਲੇਸ਼ਨ ਰਿਲੇਟਡ ਥੋੜੀ ਜਿਹੀ ਉਹਦੇ ਉੱਤੇ ਐਡਜਸਟਮੈਂਟ ਮਿਲੀ ਹੋਈ ਆ। ਸਟੈਂਡਰਡ ਡਿਡਕਸ਼ਨ ਵਧਾਈ ਗਈ ਆ। ਸੋ ਇਨਫਲੇਸ਼ਨ ਰਿਲੇਟਡ ਐਡਜਸਟਮੈਂਟ ਹੈਗੀਆਂ, ਪਰ ਪੋਲਿਸੀ ਕੋਈ ਚੇਂਜਸ ਹਜੇ ਤੱਕ ਇੰਪਲੀਮੈਂਟ ਨਹੀਂ ਹੈਗੇ। ਆਈ ਥਿੰਕ ਬਿਗੇਸਟ ਚੇਂਜ ਟੈਕਸ ਪੇਅਰਸ ਨੂੰ ਇਹ ਲੱਗਣਾ ਕਿ ਜਿਹੜੇ ਕਰੋਨਾ ਵਾਇਰਸ ਰਿਲੇਟਡ ਫੰਡਸ ਮਿਲੇ ਨੇ ਉਹਨਾਂ ਦੀ ਟੈਕਸੇਬਿਲਿਟੀ ਕਿਵੇਂ ਹੋਊਗੀ। ਤੇ ਤੁਹਾਨੂੰ ਪਤਾ ਕਿ ਸਟਿਮੂਲਸ ਪੇਮੈਂਟ ਮੇਨ ਸਾਰੇ ਲੋਕੀ ਇੰਟਰਸਟਿਡ ਸੀਗੇ ਉਹਦੇ ਵਿੱਚ, ਤੇ ਉਹ ਮੈਜੋਰਿਟੀ ਆਫ ਦਾ ਪੋਪੂਲੇਸ਼ਨ ਨੂੰ ਉਹ ਇਫੈਕਟ ਕਰਨੀ ਆ। ਤੇ ਡਿਊਰਿੰਗ ਦਾ ਸੀਜ਼ਨ ਯੂ ਕੈਨ ਇਮੈਜਿਨ ਕਿ ਈਵਨ ਪਿਛਲੇ ਜਦੋਂ ਦੇ ਸਟਿਮੂਲਸ ਪੇਮੈਂਟ ਅਨਾਉਂਸ ਕੀਤੀ ਗਈ ਆ, ਸਾਨੂੰ ਨਾਨ ਸਟਾਪ ਕਾਲਸ ਆ ਰਹੀਆਂ ਸੀਗੀਆਂ। ਸੋ ਜਿਨ੍ਹਾਂ ਨੂੰ ਤਾਂ ਡਾਇਰੈਕਟ ਡਿਪੋਜ਼ਿਟ ਮਿਲ ਗਏ ਰਾਈਟ ਅਵੇ, ਦੇਰ ਹੈਪੀ, ਉਹ ਸਾਰਿਆਂ ਨੂੰ ਦੱਸ ਰਹੇ ਨੇ। ਤੇ ਜਿਹੜੇ ਵਿੱਚ ਰਹਿ ਗਏ ਨੇ ਉਹਨਾਂ ਨੂੰ ਹੈਗਾ ਸ਼ਾਇਦ ਉਹਨਾਂ ਦੀ ਪੇਮੈਂਟ ਮਿਸ ਹੋ ਗਈ ਹੈ ਤੇ ਉਹ ਕਦੇ ਮਿਲਣੀ ਨਹੀਂ ਹੈਗੀ। ਸੋ ਜਿਹੜੀ ਸਟਿਮੂਲਸ ਪੇਮੈਂਟ ਸੀ ਐਕਚੁਅਲੀ ਇਹ ਰਿਕਵਰੀ ਰੀਬੇਟ ਕ੍ਰੈਡਿਟ ਹੈਗਾ ਵਾ 2020 ਟੈਕਸ ਰਿਟਰਨ ਦੇ ਅਨੁਸਾਰ, ਰਾਈਟ। ਪਰ ਬਿਕਾਜ਼ 2020 ਟੈਕਸ ਰਿਟਰਨ ਫਾਈਲ ਨਹੀਂ ਹੋਇਆ ਸੀਗਾ, ਉਹਨਾਂ ਨੇ 2019 ਟੈਕਸ ਰਿਟਰਨ ਦੇਖਿਆ ਵਾ, ਬਿਕਾਜ਼ ਇਹ ਇਨਕਮ ਰਿਲੇਟਡ ਸੀਗਾ ਕ੍ਰੈਡਿਟ। ਤੇ ਜੇ 2019 ਨਹੀਂ ਫਾਈਲ ਕੀਤਾ ਹੋਇਆ ਸੀ ਤਾਂ 2018 ਇਹਨਾਂ ਨੇ ਦੇਖਿਆ ਵਾ। ਸੋ ਜੇ 2018 ਜਾਂ 2019 ਟੈਕਸ ਰਿਟਰਨ ਦੇ ਵਿੱਚ ਡਾਇਰੈਕਟ ਡਿਪੋਜ਼ਿਟ ਇਨਫੋਰਮੇਸ਼ਨ ਦਿੱਤੀ ਹੋਈ ਸੀ ਆਪਦੇ ਬੈਂਕ ਦੀ, ਤਾਂ ਉਹਨਾਂ ਨੇ ਉਹ ਪੈਸੇ ਡਾਇਰੈਕਟਲੀ ਡਿਪੋਜ਼ਿਟ ਕਰਤੇ ਨੇ। ਨਹੀਂ ਤੁਹਾਨੂੰ ਇੱਕ ਚੈੱਕ ਆ ਗਈ ਆ ਮੇਲ ਦੇ ਵਿੱਚ, ਸਪੈਸ਼ਲੀ ਜਿਹੜਾ ਫਸਟ ਰਾਊਂਡ ਸੀਗਾ ਸਟਿਮੂਲਸ ਦਾ। ਬਿਲਕੁਲ। ਤੇ ਜਿਹੜਾ ਹੁਣ ਸੈਕੰਡ ਰਾਊਂਡ ਰੀਸੈਂਟਲੀ ਹੋਇਆ ਇਹਦੇ ਵਿੱਚ ਲੋਕਾਂ ਨੂੰ ਡੈਬਿਟ ਕਾਰਡ ਆ ਰਹੇ ਨੇ ਔਰ ਕਾਰਡ ਆ ਰਹੇ ਨੇ, ਰਾਈਟ। ਤੇ ਉਹ ਕਾਰਡ ਨੂੰ ਗਾਰਬੇਜ 'ਚ ਨਾ ਸਿੱਟਿਓ, ਬਿਕਾਜ਼ ਸਾਡੇ ਕਈ ਕਲਾਇੰਟਸ ਨੇ ਉਹ ਲੈਟਰ ਦੇਖ ਕੇ ਕਿ ਇਹ ਕੋਈ ਸਾਨੂੰ ਸਕੈਮ ਲੱਗਦਾ ਵਾ, ਕਈ ਆਉਂਦੇ ਆ ਨਾ ਬਹੁਤ ਕ੍ਰੈਡਿਟ ਕਾਰਡ ਆ ਜਾਂਦੇ, ਤੇ ਉਹ ਦੇਖਣ ਨੂੰ ਵੀ ਵੈਸੇ ਹੀ ਲੱਗ ਰਿਹਾ ਵਾ। ਸੋ ਸੈੱਟ ਕੇ ਸਾਨੂੰ ਕਹਿ ਰਹੇ ਆ ਵੀ ਉਹ ਸਾਨੂੰ ਕੋਈ ਮੇਲ ਆਈ ਸੀਗੀ ਜਿਹਦੇ ਵਿੱਚ ਉਹ ਬਲੂ ਕਲਰ ਦਾ ਕਾਰਡ ਸੀਗਾ ਤੇ ਉਹ ਗਾਰਬੇਜ ਦੇ ਵਿੱਚ ਅਸੀਂ ਸੈੱਟਤਾ, ਸੋਚਿਆ ਇਹ ਸਕੈਮ ਹੈਗਾ ਵਾ। ਸੋ ਪਲੀਜ਼ ਡੋਂਟ ਥਰੋ ਦੈਟ ਅਵੇ। ਉਹਦੇ ਵਿੱਚ ਤੁਹਾਡੇ $600 ਫੰਡਸ ਹੈਗੇ ਪਰ ਟੈਕਸ ਪੇਅਰ,
ਤੇ ਤੁਸੀਂ ਉਹ ਕਾਰਡ ਨੂੰ ਰਜਿਸਟਰ ਕਰਾ ਕੇ ਆਨਲਾਈਨ ਫੰਡਸ ਆਪਦੇ ਪਰਸਨਲ ਬੈਂਕ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਸਕਦੇ ਹੋ। ਨਹੀਂ, ਜਿਹੜਾ ਸਟਿਮੂਲਸ ਦੀ ਗੱਲ ਹੁੰਦੀ ਹੈ, ਸਟਿਮੂਲਸ ਦਾ ਲੋਕਾਂ ਦੇ ਦਿਲਾਂ 'ਚ ਇਹ ਬਹੁਤ ਹੈਗਾ ਕਿ ਜਿਹੜੇ ਸਟਿਮੂਲਸ ਪੈਸੇ ਆਏ, ਜਿੱਦਾਂ 600 ਪਹਿਲਾਂ ਆਇਆ ਹੈ ਨਾ, ਉਸ ਤੋਂ ਪਹਿਲਾਂ 1200 ਆਇਆ ਸੀ, ਤੇ ਲੋਕਾਂ ਨੂੰ ਇਹ ਆ ਵੀ ਸ਼ਾਇਦ ਇਹਦਾ ਟੈਕਸ ਵੀ ਪੇ ਕਰਨਾ ਪੈਣਾ ਕਿਉਂਕਿ ਇਹਨੂੰ ਇਨਕਮ 'ਚ ਗਿਣਿਆ ਜਾਊਗਾ। ਕੀ ਇਹਨੂੰ ਇਨਕਮ 'ਚ ਗਿਣਿਆ ਜਾਊਗਾ? ਲੋਕਾਂ ਦੇ ਵਿੱਚ ਬਹੁਤ ਇਹ ਸ਼ੰਕਾ ਹੈਗੀ ਹੈ। ਰਾਈਟ, ਸੋ ਇਹ ਐਕਚੁਅਲੀ ਕ੍ਰੈਡਿਟ ਹੈਗਾ ਵਾ, ਜਿਹੜੇ ਕਿ ਕਾਫੀ ਟੈਕਸ ਪੇਅਰ ਜਿਵੇਂ ਅਰਨਡ ਇਨਕਮ ਕ੍ਰੈਡਿਟ ਦਾ ਰੀਫੰਡ ਉਹਨਾਂ ਨੂੰ ਮਿਲਦਾ, ਜਾਂ ਐਡੀਸ਼ਨਲ ਚਾਈਲਡ ਟੈਕਸ ਕ੍ਰੈਡਿਟ ਦਾ ਰੀਫੰਡ ਮਿਲਦਾ ਵਾ। ਉਹ ਵੀ ਤੁਹਾਨੂੰ ਪੈਸੇ ਇੱਕ ਤਰੀਕੇ ਨਾਲ ਗਵਰਨਮੈਂਟ ਪੇ ਕਰ ਰਹੀ ਹੈ, ਪਰ ਉਹਦੇ ਉੱਤੇ ਤੁਸੀਂ ਕੋਈ ਟੈਕਸ ਨਹੀਂ ਪੇ ਕਰਦੇ ਹੈਗੇ। ਸੋ ਸਟਿਮੂਲਸ ਵੀ ਇੱਕ ਕ੍ਰੈਡਿਟ ਹੀ ਆ ਜਿਹੜਾ ਕਿ ਤੁਸੀਂ 2020 ਟੈਕਸ ਰਿਟਰਨ ਦੇ ਉੱਤੇ ਰੈਕਨਸਾਈਲ ਕਰਨਾ ਵਾ। ਜਿਹੜੇ ਸਟਿਮੂਲਸ ਦੇ ਪੈਸੇ ਤੁਹਾਨੂੰ ਫਰਸਟ ਜਾਂ ਸੈਕੰਡ ਰਾਊਂਡ 'ਚ ਮਿਲੇ ਸੀਗੇ, ਉਹ ਸਿਰਫ ਇੱਕ ਐਡਵਾਂਸ ਸੀਗਾ ਉਹ ਕ੍ਰੈਡਿਟ ਦੇ ਲਈ। ਓਕੇ, ਕਿਉਂਕਿ ਜੇ ਉਹ ਐਡਵਾਂਸ ਨਾ ਦਿੰਦੇ ਤਾਂ ਤੁਸੀਂ 2020 ਟੈਕਸ ਰਿਟਰਨ ਫਾਈਲ ਕਰਕੇ ਫੇਰ ਮਿਲਣੇ ਸੀ ਪੈਸੇ, ਤੇ ਲੋਕਾਂ ਨੂੰ ਕੋਵਿਡ ਕਰਕੇ ਇਮੀਡੀਏਟਲੀ ਲੋੜ ਸੀਗੀ ਫੰਡਸ ਦੀ, ਰਿਲੀਫ ਦੀ ਲੋੜ ਸੀਗੀ। ਸੋ ਹੁਣ ਕ੍ਰੈਡਿਟ ਲੈਟਸ ਸੇ ਜੇ ਕਿਸੇ ਫੈਮਿਲੀ ਨੂੰ $3400 ਕ੍ਰੈਡਿਟ ਮਿਲਣਾ ਵਾ, $1200 ਪਰ ਟੈਕਸ ਪੇਅਰ, ਰਾਈਟ, ਸਪਾਊਸ, ਐਂਡ ਦੈਨ $500 ਅ ਚਾਈਲਡ। ਉਹਦੇ ਵਿੱਚ ਜਿਹੜਾ ਕ੍ਰੈਡਿਟ ਆ ਲੈਟਸ ਸੇ ਉਹਨਾਂ ਦਾ ਟੋਟਲ 3400 ਹੈਗਾ ਵਾ, ਉਹਦੇ ਵਿੱਚੋਂ ਜੇ ਉਹਨਾਂ ਨੂੰ 2000 ਹੀ ਮਿਲਿਆ ਵਾ ਤਾਂ 1400 ਜਿਹੜਾ ਵਾ ਅਸੀਂ ਐਜ਼ ਅ ਰੀਫੰਡ ਕਲੇਮ ਕਰ ਸਕਦੇ ਹਾਂ, ਜਾਂ ਐਜ਼ ਅ ਪੇਮੈਂਟ ਟੁਵਰਡਸ देयर ਟੈਕਸ। ਸੋ ਇਟਸ ਨਾਟ ਲਾਈਕ ਕਿ ਉਹ ਕ੍ਰੈਡਿਟ ਉਹਨਾਂ ਦਾ ਮਿਸ ਹੋ ਗਿਆ ਤੇ ਉਹਨਾਂ ਨੂੰ ਨਹੀਂ ਮਿਲਣਾ ਹੈਗਾ। ਇਹ ਵੀ ਮੈਂ ਇੱਕ ਗੱਲ ਦੇਖੀ ਹੈ ਕਿ ਕਈਆਂ ਨੂੰ ਤਾਂ ਪਹਿਲੇ 1200 ਚ ਹੀ ਨਹੀਂ ਮਿਲੇ, ਰਾਈਟ, ਤੇ ਉਹ ਸੋਚਦੇ ਵੀ ਸ਼ਾਇਦ ਹੁਣ ਸਾਨੂੰ ਮਿਲਣੇ ਨਹੀਂ ਹੈਗੇ। ਉਹਦੇ ਬਾਰੇ ਚ ਵੀ ਕੁਝ IRS ਵੱਲੋਂ ਜਾਂ ਫੈਡਰਲ ਗਵਰਨਮੈਂਟ ਵੱਲੋਂ ਕੁਝ ਦੱਸਿਆ ਗਿਆ? ਰਾਈਟ, ਸੋ ਜਦੋਂ ਤੁਹਾਡਾ 2020 ਟੈਕਸ ਰਿਟਰਨ ਫਾਈਲ ਹੋਣਾ, ਤੁਸੀਂ ਆਪਦੇ ਟੈਕਸ ਪ੍ਰੋਫੈਸ਼ਨਲ ਨੂੰ ਦੱਸਣਾ ਵਾ ਕਿ ਫਰਸਟ ਤੇ ਸੈਕੰਡ ਰਾਊਂਡ ਦੇ ਵਿੱਚ ਕਿੰਨੀ ਪੇਮੈਂਟ ਮਿਲੀ ਹੈ ਤੁਹਾਨੂੰ, ਤੇ ਜੇ ਨਹੀਂ ਮਿਲੀ ਹੈਗੀ ਉਹ ਵੀ ਦੱਸਣਾ, ਕਿਉਂਕਿ ਜੇ ਤੁਸੀਂ ਕੁਆਲੀਫਾਈ ਕਰਦੇ ਹੋ ਤਾਂ ਉਹ ਰੀਫੰਡ ਮੁੜਵਾ ਸਕਦੇ ਤੁਹਾਡੇ ਟੈਕਸ ਰਿਟਰਨ ਦੇ ਉੱਤੇ। ਸੋ ਇਹ ਮੈਂ ਜ਼ਰੂਰ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਜਿਨ੍ਹਾਂ ਨੂੰ ਪਹਿਲਾਂ ਜਿਹੜੇ 1200 ਦੇ ਹਿਸਾਬ ਨਾਲ ਜਿਹੜਾ ਸਟਿਮੂਲਸ ਪੈਕੇਜ ਆਇਆ ਸੀਗਾ, ਉਹ ਜੇ ਕਿਸੇ ਨੂੰ ਨਹੀਂ ਮਿਲਿਆ ਲੇਕਿਨ ਉਹ ਕੁਆਲੀਫਾਈ ਕਰਦਾ ਹੈ ਜੋ ਗਵਰਨਮੈਂਟ ਦੀਆਂ ਨੋਰਮ ਸੀਗੀਆਂ, ਤੇ ਉਹਦਾ ਉਹ ਕਿਤੇ ਗਿਆ ਨਹੀਂ। ਜਦੋਂ ਐਸਕੀ ਤੁਸੀਂ ਟੈਕਸ ਫਾਈਲ ਕਰਨੀ ਆ, ਆਪਣੇ ਟੈਕਸ ਜਿਹੜਾ ਪ੍ਰਿਪੇਅਰ ਹੋਏਗਾ ਉਹਨੂੰ ਜ਼ਰੂਰ ਦੱਸਣਾ ਕਿ ਮੇਰਾ ਉਹ ਚੈੱਕ ਨਹੀਂ ਆਇਆ ਸੀ, ਤੇ ਉਹ ਹਿਸਾਬ ਨਾਲ ਉਹਨੂੰ ਪਲਾਨ ਇਦਾਂ ਹੀ ਪਲਾਨ ਕਰ ਲੈਣਗੇ। ਔਰ ਜਿਹੜੀਆਂ ਹੋਰ ਕੀ ਚੇਂਜਸ ਹੈਗੀਆਂ ਵਾ, ਮਤਲਬ ਕਿ ਸਟੈਂਡਰਡ ਡਿਡਕਸ਼ਨ ਵਧੀ ਆ, ਜਾਂ ਗਿਫਟ ਨੂੰ ਬਹੁਤ ਰੌਲਾ ਪੈਂਦਾ ਪਿਆ ਸੀ, ਗਿਫਟ ਬਾਰੇ ਵੀ ਕੋਈ ਇਹੋ ਜਿਹੀ ਡਿਸਕਸ਼ਨ ਹੋਈ ਹੈ ਕੋਈ ਇਸ ਵਾਰ ਦੀ? ਰਾਈਟ, ਸੋ ਸਟੈਂਡਰਡ ਡਿਡਕਸ਼ਨ, ਇਨਫਲੇਸ਼ਨ ਐਡਜਸਟਮੈਂਟ, ਉਹ ਥੋੜੀ ਜਿਹੀ ਅਮਾਉਂਟ ਵਧੀ ਹੈਗੀ ਆ। ਸਿੰਗਲਸ ਵਾਸਤੇ 12400 ਤੇ ਮੈਰਿਡ ਵਾਸਤੇ 24800। ਪਿਛਲੀ ਵਾਰ ਕਿੰਨੀ ਸੀ ਇਹ? ਆਈ ਥਿੰਕ ਮੇਬੀ ਆਈ ਡੋਨਟ ਨੋ ਦ ਐਗਜ਼ੈਕਟ ਅਮਾਉਂਟਸ, ਪਰ ਇਹਦੇ ਨਾਲੋਂ ਘੱਟ ਸੀਗੀ। ਸੋ ਉਹਦਾ 2 ਜਾਂ 3% ਐਡਜਸਟਮੈਂਟ ਹੁੰਦੀ ਆ ਐਵਰੀ ਸਿੰਗਲ ਈਅਰ। ਠੀਕ ਹੈ, ਸੋ ਇਹਦੇ ਵਿੱਚ ਕੋਈ ਪਾਲਿਸੀ ਚੇਂਜ ਕਰਕੇ ਨਹੀਂ ਹੈਗਾ, ਇਹ ਵੈਸੇ ਹੀ ਐਡਜਸਟਮੈਂਟ ਹੁੰਦੀ ਆ ਐਵਰੀ ਸਿੰਗਲ ਈਅਰ। ਕੈਪੀਟਲ ਗੇਨਸ ਟੈਕਸ, ਅਨਦਰ ਥਿੰਗ ਬਾਈਡਨ ਐਡਮਿਨਿਸਟ੍ਰੇਸ਼ਨ ਗੱਲ ਕਰ ਰਹੀ ਹੈ ਕਿ ਸ਼ਾਇਦ ਇਹ ਇਹਨੂੰ ਡ੍ਰੌਪ ਕਰ ਦੇਣ ਕੰਪਲੀਟਲੀ। ਸੋ ਕੈਪੀਟਲ ਗੇਨਸ ਥੋੜੀਆਂ ਬ੍ਰੈਕਟਸ ਹੈਗੀਆਂ ਨੇ 0, 15 ਐਂਡ 20%, ਤੇ ਇਹ ਸੇਮ ਹੈਗੀਆਂ ਨੇ ਕੰਪੇਅਰ ਟੂ 2019। ਸੋ ਜੇ ਤੁਹਾਡੇ ਕੋਲ ਲੌਂਗ ਟਰਮ ਕੈਪੀਟਲ ਗੇਨ ਹੈਗਾ ਵਾ ਤਾਂ ਤੁਸੀਂ ਇਹ ਸੇਮ ਬ੍ਰੈਕਟਸ ਯੂਜ਼ ਕਰ ਸਕਦੇ ਹੋ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਅੰਡਰ ਸ਼ਾਇਦ ਇਹਨੂੰ ਕੰਪਲੀਟਲੀ ਡ੍ਰੌਪ ਆਫ ਕਰਕੇ ਆਰਡੀਨਰੀ ਰੇਟ ਜਿਹੜਾ ਤੁਹਾਡੀਆਂ 7 ਬ੍ਰੈਕਟਸ ਹੈਗੀਆਂ ਨੇ ਉਹਦੇ ਬੇਸ ਤੁਹਾਨੂੰ ਜਿਹੜਾ ਕੈਪੀਟਲ ਗੇਨ ਹੈਗਾ ਵਾ ਉਹ ਲੱਗੂਗਾ। ਸੋ ਉਹਦੇ ਵਿੱਚ ਕੋਈ ਬੈਨੀਫਿਟ ਨਹੀਂ ਹੈਗਾ ਕਿ ਆਰਡੀਨਰੀ ਇਨਕਮ ਹੈਗੀ ਹੈ ਜਾਂ ਕੈਪੀਟਲ ਗੇਨਸ ਇਨਕਮ ਹੈਗੀ ਆ। ਤੇ ਜਿਹੜਾ ਗਿਫਟ ਨੂੰ ਲੈ ਕੇ ਹੋਇਆ ਸੀਗਾ, ਸੋ ਗਿਫਟ ਦੀ ਐਕਸਕਲੂਜਨ ਇੰਕਰੀਜ਼ ਕੀਤੀ ਗਈ ਆ ਬੇਸਡ ਔਨ ਇਨਫਲੇਸ਼ਨ। ਹਾਂਜੀ, ਵੈਸੇ ਐਵਰੀ ਸਿੰਗਲ ਈਅਰ ਸਲੋਲੀ ਲਿਟਲ ਬਾਈ ਲਿਟਲ ਇਨਕਰੀਜ਼ ਕਰਦੇ ਨੇ। ਸੋ ਐਤਕੀ ਜੇ ਸਿੰਗਲ ਪਰਸਨ ਨੇ ਗਿਫਟ ਦੇਣਾ ਵਾ ਟੂ ਅ ਚਾਈਲਡ, ਟੂ ਅ ਰਿਲੇਟਿਵ, ਟੂ ਅਨਦਰ ਪਰਸਨ, ਉਹ $15,000 ਤੱਕ ਦੇ ਸਕਦੇ ਆ, ਤੇ ਜੇ ਮੈਰਿਡ ਕਪਲ ਗਿਫਟ ਦੇ ਰਹੇ ਆ ਉਹ ਅਪ ਟੂ $30,000 ਤੱਕ ਹੈਗਾ ਵਾ। ਸੋ ਟ੍ਰੈਡੀਸ਼ਨਲੀ ਜੇ ਤੁਸੀਂ $30,000 ਤੋਂ ਵੱਡਾ ਗਿਫਟ ਕਿਸੇ ਨੂੰ ਦਿੰਦੇ ਹੋ ਤਾਂ ਤੁਸੀਂ ਇੱਕ ਗਿਫਟ ਟੈਕਸ ਰਿਟਰਨ ਫਾਈਲ ਕਰਨਾ ਹੁੰਦਾ ਵਾ, ਜਿਹੜਾ ਕਿ ਹਾਂਜੀ ਉਹ ਸੈਪਰੇਟ ਆ, ਤੇ ਉਹਦੇ ਉੱਤੇ ਕੋਈ ਟੈਕਸ ਲਾਇਬਿਲਿਟੀ ਨਹੀਂ ਹੈਗੀ, ਉਹ ਸਿਰਫ ਇੱਕ ਇਨਫੋਰਮੇਸ਼ਨ ਰਿਟਰਨ ਹੈਗਾ ਵਾ। ਇਨਫੋਰਮੇਸ਼ਨ। ਬੈਂਸ ਸਾਹਿਬ, ਮੈਂ ਇਹ ਪੁੱਛਣਾ ਚਾਹੁੰਦਾ ਸੀ ਕਿ PPP ਜਿਹੜਾ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਆ, ਜਿਹੜਾ ਕੋਵਿਡ ਰਿਲੀਫ ਨੂੰ ਲੈ ਕੇ ਇਹਨਾਂ ਨੇ ਦਿੱਤਾ ਸੀਗਾ ਵੀ ਸਾਡੇ EMPLOYEES ਦੀ ਸੈਲਰੀ, EMPLOYEEਆਂ ਨੂੰ ਕੱਢੋ ਨਾ, ਉਹਨਾਂ ਨੂੰ ਸੈਲਰੀ ਜਿਹੜੀ ਆ ਗਵਰਨਮੈਂਟ ਵੱਲੋਂ ਉਹ ਤੁਹਾਨੂੰ ਇੱਕ ਦੇਤਾ ਸੀ, ਲੇਕਿਨ ਲੋਕਾਂ ਦੇ ਦਿਲਾਂ 'ਚ ਉਹ ਬਹੁਤ ਸੀਗਾ ਵੀ ਉੱਤੇ ਟੈਕਸ ਲੱਗਣਾ ਹੈ ਨਾ। ਉਹ ਸਪੋਜ਼ ਕਿਸੇ ਨੂੰ $500,000 ਆ ਗਿਆ ਜਾਂ $1 million ਆ ਗਿਆ, ਵੱਡੀ ਕੰਪਨੀ ਆ, ਤੇ ਉਹਨੂੰ ਐਂ ਲੱਗਦਾ ਸੀ ਵੀ ਮੇਰੇ ਤੇ ਵੀ ਟੈਕਸ ਲੱਗਣਾ। ਇਹ ਥੋੜੀ ਸ਼ੰਕਾ ਕੀ ਹੈਗਾ, ਇਹ ਕੀ ਪ੍ਰੋਸੀਜਰ ਹੈਗਾ? ਰਾਈਟ, ਸੋ ਇਹ ਬੈਕ ਐਂਡ ਫੋਰਥ ਤੋਂ ਕਾਫੀ ਗਏ ਨੇ IRS, ਤੇ ਪਿਛਲੇ 2 ਹਫ਼ਤੇ ਤੋਂ ਪਹਿਲਾਂ ਇਹਦੇ ਉੱਤੇ ਇਹ ਵਾਲੇ ਫੰਡ ਦੇ ਉੱਪਰ ਟੈਕਸ ਲੱਗਣਾ ਹੀ ਸੀਗਾ, ਪਰ ਉਹਨਾਂ ਦਾ ਰੀਸੈਂਟ ਚੇਂਜ ਇਹ ਆਇਆ ਕਿ PPP ਫੰਡਸ ਦੇ ਨਾਲ ਜਿਹੜੇ ਤੁਸੀਂ ਐਕਸਪੈਂਸਸ ਪੇ ਕੀਤੇ ਨੇ ਉਹ ਡਿਡਕਟੇਬਲ ਹੈਗੇ ਨੇ, ਤੇ ਇਹ ਤੁਸੀਂ ਅਮਾਉਂਟ ਨੂੰ ਇਨਕਲੂਡ ਨਹੀਂ ਕਰਨਾ ਹੈਗਾ ਆਪਣੀ ਇਨਕਮ ਦੇ ਵਿੱਚ। ਨਹੀਂ, PPP ਦੇ ਵਿੱਚ ਐਕਸਪੈਂਸਸ ਕਿੱਦਾਂ ਦੇ ਆਪਾਂ ਕਾਊਂਟ ਕਰਦੇ ਹਾਂ? ਸੋ PPP ਮੇਨ ਸੀਗਾ ਤੁਹਾਡੇ ਪੇਰੋਲ ਐਕਸਪੈਂਸਸ ਵਾਸਤੇ। ਜੇ ਤੁਸੀਂ ਫੰਡਿੰਗ ਅਪ ਟੂ 60% ਯੂਜ਼ ਕਰਦੇ ਹੋ ਆਪਦੇ ਪੇਰੋਲ, ਗ੍ਰੋਸ ਵੇਜਸ ਵਾਸਤੇ ਤੇ ਪੇਰੋਲ ਟੈਕਸਸ ਵਾਸਤੇ,
ਤੇ ਬਾਕੀ ਦੇ ਤੁਸੀਂ ਯੂਜ਼ ਕਰਦੇ ਹੋ ਰੈਂਟਸ ਹੋਇਆ ਇੰਸ਼ੋਰੈਂਸ ਯੂਟਿਲਿਟੀਜ਼ then the loan is fully forgiven ਪਰ ਉਹ forgiveness ਵਾਸਤੇ ਵੀ ਤੁਹਾਨੂੰ ਅਪਲਾਈ ਕਰਨਾ ਪੈਣਾ ਵਾ ਸੋ ਉਹਦੇ ਵਾਸਤੇ 10 ਮਹੀਨੇ ਹੈਗੇ ਨੇ ਤੁਹਾਡੇ ਕਵਰਡ ਪੀਰੀਅਡ ਐਂਡ ਹੋਣ ਤੋਂ ਬਾਅਦ ਤੇ ਪਹਿਲਾਂ 2 ਕਵਰਡ ਪੀਰੀਅਡ ਸੀਗੇ 8 ਹਫ਼ਤੇ ਜਾਂ 24 ਹਫ਼ਤੇ 8 ਹਫ਼ਤੇ ਦੇ ਵਿੱਚ 2.5 ਗੁਣਾ ਪੇਰੋਲ ਦੀ ਫੰਡਿੰਗ ਯੂਜ਼ ਕਰਨੀ ਕਾਫੀ ਜ਼ਿਆਦਾ ਡਿਫਿਕਲਟ ਸੀਗੀ ਬਹੁਤ ਬਿਜ਼ਨੈਸਸ ਵਾਸਤੇ ਸਪੈਸ਼ਲੀ ਵੈਨ ਤੁਸੀਂ EMPLOYEES ਆਪਦੇ ਘਟਾਏ ਹੋਏ ਹੈਗੇ ਸਪੈਸ਼ਲੀ ਇਨ ਰੈਸਟੋਰੈਂਟ ਇੰਡਸਟਰੀ ਦੇ ਵਿੱਚ ਟਰੈਵਲ ਰਿਲੇਟਡ ਹੋਟਲਸ ਰਿਲੇਟਡ ਸੋ ਇਹ ਕਵਰਡ ਪੀਰੀਅਡ ਐਕਸਪੈਂਡ ਕਰਕੇ ਇਹਨਾਂ ਨੇ 24 ਵੀਕਸ ਦਾ ਕਰਤਾ ਸੀਗਾ ਜਿਹੜਾ ਕਿ ਮੋਸਟ ਲੋਕਾਂ ਵਾਸਤੇ ਉਹ ਕਵਰਡ ਪੀਰੀਅਡ ਦਸੰਬਰ ਦੇ ਐਂਡ ਦੇ ਵਿੱਚ ਉਹ ਐਂਡ ਹੋਇਆ ਵਾ ਸੋ ਤੁਹਾਡੇ ਕੋਲ 10 ਮਹੀਨੇ ਹੈਗੇ ਨੇ ਫੋਰਗਿਵਨੈਸ ਐਪਲੀਕੇਸ਼ਨ ਅਪਲਾਈ ਕਰਨ ਦੇ ਜੇ ਤੁਸੀਂ ਉਹਨੂੰ ਜਿੱਦਾਂ ਗਵਰਨਮੈਂਟ ਨੇ ਕਿਹਾ ਉਦਾਂ ਯੂਜ਼ੇਜ ਕੀਤੀ ਹੈ ਸੋ ਉਹਦਾ ਤੁਹਾਨੂੰ ਸਾਰਾ ਪ੍ਰੂਫ ਪ੍ਰੋਵਾਈਡ ਕਰਨਾ ਪੈਣਾ ਵਾ ਤੇ ਪ੍ਰੂਫ ਕਿੰਨਾ ਪ੍ਰੋਵਾਈਡ ਕਰਨਾ ਰੀਲੀ ਡਿਪੈਂਡਸ ਔਨ ਕਿ ਤੁਹਾਨੂੰ ਫੰਡਿੰਗ ਕਿੰਨੀ ਮਿਲੀ ਹੋਈ ਹੈ ਜੇ ਤਾਂ ਲੋਨਸ $150,000 ਤੋਂ ਘੱਟ ਹੈਗੇ ਨੇ ਉਹਦਾ ਪ੍ਰੂਫ ਥੋੜਾ ਜਿਹਾ ਘੱਟ ਕਰਨਾ ਪੈਣਾ ਤੁਸੀਂ ਜੇ 50,000 ਤੋਂ ਹੈਗੇ ਨੇ ਘੱਟ ਤਾਂ ਉਹਦੀ ਈਵਨ ਮੋਰ ਸਿੰਪਲੀਫਾਈਡ ਐਪਲੀਕੇਸ਼ਨ ਹੈਗੀ ਆ ਤੇ ਉਹ ਇਨਫੋਰਮੇਸ਼ਨ ਤੁਹਾਨੂੰ ਤੁਹਾਡਾ ਲੈਂਡਰ ਪ੍ਰੋਵਾਈਡ ਕਰ ਸਕਦਾ ਅਸੀਂ ਐਸ ਟੈਕਸ ਪ੍ਰੋਫੈਸ਼ਨਲਸ ਜੇ ਤੁਹਾਨੂੰ ਕੋਈ ਸਪੋਰਟ ਦੀ ਲੋੜ ਹੈਗੀ ਉਹ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ ਪਰ ਇਹ ਲੋਨ ਫੋਰਗਿਵਨੈਸ ਐਪਲੀਕੇਸ਼ਨ ਤੁਹਾਨੂੰ ਫਾਰਮਲੀ ਭਰਨੀ ਪੈਣੀ ਆ ਤੇ ਉਹਦਾ ਅਪਰੂਵਲ ਵੇਟ ਕਰਕੇ ਜਦੋਂ ਅਪਰੂਵਲ ਆ ਗਿਆ ਉਹ ਤੁਸੀਂ ਸੇਵ ਕਰਕੇ ਰੱਖੋ ਬਿਕਾਜ਼ ਯੂ ਡੋਨਟ ਵਾਂਟ go back and have to pay the money ਕਿਉਂਕਿ ਮਤਲਬ ਇਹ ਸਾਰੇ ਨੇ ਸਪੈਂਡ ਕਰਤੇ ਨੇ ਹਾਂ ਕਿਉਂਕਿ ਜਿਹੜਾ ਇਹ ਜਦੋਂ ਤੁਸੀਂ ਰਿਟਰਨ ਫਾਈਲ ਕਰਨੀ ਆ ਉਦੋਂ ਦੱਸਣਾ ਪੈਣਾ ਇਹ ਤਾਂ ਡੈਫੀਨੇਟਲੀ ਹੈ ਨਾ ਵੀ ਉਦੋਂ ਪੀਪੀਪੀ ਵੀ ਸਾਨੂੰ ਇੰਨਾ ਪੀਪੀਪੀ ਆਇਆ ਸੀਗਾ ਸਾਰਾ ਦੱਸਣਾ ਪੈਣਾ ਰਾਈਟ ਸੋ ਜੇ ਉਹ ਮਤਲਬ ਉਹਦੀ ਟੈਕਸੇਬਿਲਿਟੀ ਦਾ ਕੋਈ ਇਸ਼ੂ ਨਹੀਂ ਹੈਗਾ ਹੁਣ ਇਸ ਵੇਲੇ ਉਹਦਾ ਫੋਰਗਿਵਨੈਸ ਦਾ ਇਸ਼ੂ ਹੈਗਾ ਸੋ ਮੇਕ ਸ਼ੋਰ ਕਿ ਉਹ ਫੋਰਗਿਵਨੈਸ ਐਪਲੀਕੇਸ਼ਨ ਅਪਲਾਈ ਕੀਤੀ ਜਾਵੇ ਪੀਪੀਪੀ ਦਾ ਜਿਹੜਾ ਸੈਕੰਡ ਰਾਉਂਡ ਸੀਗਾ ਉਹ ਰੀਸੈਂਟਲੀ ਓਪਨ ਕੀਤਾ ਗਿਆ ਵਾ ਤੇ ਉਹਦੀ ਡੈਡਲਾਈਨ ਹੈਗੀ ਆ ਮਾਰਚ 31st ਓਕੇ ਫਿਰ ਜਿਹਨੇ ਅਪਲਾਈ ਕਰਨਾ ਪੀਪੀਪੀ ਲਈ ਸੈਕੰਡ ਰਾਉਂਡ ਲਈ ਸੋ ਹੁਣ ਉਹਦੇ ਵਿੱਚ ਜਿਹੜੇ ਫਰਸਟ ਰਾਉਂਡ ਦੇ ਵਿੱਚ ਮਿਸ ਹੋ ਗਏ ਨੇ ਉਹਨਾਂ ਕੋਲ ਅਨਦਰ ਓਪਰਚੁਨਿਟੀ ਹੈਗੀ ਹੈ ਕਿ ਪੀਪੀਪੀ ਫੰਡਿੰਗ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਜਿਨ੍ਹਾਂ ਨੂੰ ਫਰਸਟ ਰਾਉਂਡ ਦਾ ਮਿਲ ਗਿਆ ਵਾ ਤੁਸੀਂ ਆਪਦਾ ਸੈਕੰਡ ਰਾਉਂਡ ਦਾ ਵੀ ਅਪਲਾਈ ਕਰ ਸਕਦੇ ਹੋ ਲੇਕਿਨ ਜਿਹਨੂੰ ਫਰਸਟ ਰਾਉਂਡ ਨਹੀਂ ਜਿਹਨੇ ਅਪਲਾਈ ਕੀਤਾ ਸੀ ਮਿਸ ਹੋ ਗਿਆ ਉਹ ਜਿਹੜਾ ਆ ਹੁਣ ਜਿਹੜੀ ਇਹਨਾਂ ਨੇ ਦੁਆਰ ਤੋਂ ਖੋਲੀ ਹੈ ਲਾਈਨ ਤੇ ਉਹਦੇ ਵਿੱਚ ਉਹ ਪਹਿਲਾਂ ਵੀ ਅਪਲਾਈ ਕਰ ਸਕਦਾ ਰਾਈਟ ਫਰਸਟ ਜਿਹੜਾ ਪਹਿਲਾਂ ਰਹਿ ਗਿਆ ਉਹਦਾ ਸਿਰਫ ਪਹਿਲਾਂ ਹੀ ਕਰ ਸਕਦਾ ਪਹਿਲਾਂ ਤੇ ਦੂਜਾ ਨਹੀਂ ਕਰ ਸਕਦਾ ਅੱਛਾ ਦੋ ਨਹੀਂ ਕਰ ਸਕਦਾ ਸੋ ਜਿਨ੍ਹਾਂ ਦਾ ਪਹਿਲਾਂ ਫੰਡਿੰਗ ਮਿਲ ਚੁੱਕੀ ਆ ਉਹ ਪੀਪੀਪੀ ਰਾਉਂਡ 2 ਅਪਲਾਈ ਕਰ ਸਕਦੇ ਆ ਉਹਨਾਂ ਨੂੰ ਦੋਨੋਂ ਮਿਲੂਗੇ ਹਾਂਜੀ ਉਹਨਾਂ ਨੂੰ ਦੋਨਾਂ ਮਿਲੂਗੇ ਪਰ ਸੈਕੰਡ ਰਾਉਂਡ ਦੀ ਗਾਈਡਲਾਈਨਸ ਥੋੜੀਆਂ ਡਿਫਰੈਂਟ ਹੈਗੀਆਂ ਜੇ ਤੁਹਾਡਾ 25% ਤੋਂ ਵੱਧ ਰੈਵਨਿਊ ਡ੍ਰੌਪ ਹੋਇਆ ਪਰ ਕੁਆਟਰ ਕੰਪੇਅਰ ਟੂ 2019 ਓਕੇ ਫਿਰ ਤੁਸੀਂ ਕੁਆਲੀਫਾਈ ਕਰਦੇ ਹੋ ਬਿਕਾਜ਼ ਆਈ ਨੋ ਕਿ ਨਿਊਜ਼ ਦੇ ਵਿੱਚ ਕਾਫੀ ਬਿਜ਼ਨੈਸਸ ਹਿੱਟ ਹੋਏ ਨੇ ਪ੍ਰੀਟੀ ਬੈਡਲੀ ਤੇ ਬਹੁਤ ਬਿਜ਼ਨੈਸਸ ਬੰਦ ਹੋਏ ਨੇ ਪਰ ਸਾਰਿਆਂ ਦਾ ਰੈਵਨਿਊ 25% ਤੋਂ ਜ਼ਿਆਦਾ ਨਹੀਂ ਡ੍ਰੌਪ ਹੋਇਆ ਹੈਗਾ ਸੋ ਜਿਹੜਾ ਸੈਕੰਡ ਰਾਉਂਡ ਆ ਉਹ ਰੀਲੀ ਜਿਹੜੇ ਸਟਰਗਲਿੰਗ ਬਿਜ਼ਨੈਸਸ ਆ ਉਹਨਾਂ ਵਾਸਤੇ ਓਪਨ ਕੀਤਾ ਗਿਆ ਵਾ ਤੇ ਇਹਦੇ ਵਿੱਚ ਫਰਸਟ ਰਾਉਂਡ ਵਾਲੇ ਕੁਆਲੀਫਾਈ ਕਿਵੇਂ ਕਰਦੇ ਨੇ ਕਿਉਂਕਿ ਫਰਸਟ ਰਾਉਂਡ 'ਚੋਂ ਪੈਸੇ ਬਚ ਗਏ ਸੀਗੇ ਓਕੇ ਜਿਹੜੇ ਗਵਰਨਮੈਂਟ ਦੇ ਰਾਈਟ ਜਿਹੜੇ ਉਹਨਾਂ ਨੇ ਅਪਰੂਵ ਕਰਾਏ ਸੀ ਓਕੇ ਸੋ ਤੁਹਾਡੇ ਵਾਸਤੇ ਇੱਕ ਹੋਰ ਓਪਰਚੁਨਿਟੀ ਹੈਗੀ ਆ ਇਹ ਇਕੱਲੇ ਬਿਜ਼ਨਸ ਓਨਰਸ ਵਾਸਤੇ ਨਹੀਂ ਹੈਗੀ ਜੇ ਤੁਸੀਂ ਸੈਲਫ EMPLOYED ਹੈਗੇ ਹੋ ਵਿਦਆਊਟ ਐਨੀ EMPLOYEES ਤਾਂ ਤੁਹਾਡੀ ਜਿਹੜੀ ਨੈਟ ਇਨਕਮ ਹੈਗੀ ਆ ਉਹਦੇ ਬੇਸ ਤੁਸੀਂ ਅਪਲਾਈ ਕਰ ਸਕਦੇ ਹੋ ਫॉर ਪੀਪੀਪੀ ਫॉर ਰਾਉਂਡ 1 ਜੇ ਤੁਹਾਡਾ ਪਹਿਲਾਂ ਅਪਰੂਵ ਨਹੀਂ ਹੋਇਆ ਤੇ ਸੈਕੰਡ ਰਾਉਂਡ ਹੁਣ ਕਿਹੜੀ ਡੇਟ ਹੈ ਤੁਹਾਡਾ ਸੈਕੰਡ ਰਾਉਂਡ ਦੀ ਡੈਡਲਾਈਨ ਹੈਗੀ ਮਾਰਚ 31st ਤੇ ਪਹਿਲੇ ਰਾਉਂਡ ਦੇ ਵਿੱਚ ਬਹੁਤ ਜ਼ਿਆਦਾ ਫੰਡਿੰਗ ਰਨ ਆਊਟ ਕਰਨ ਦਾ ਡਰ ਸੀਗਾ ਤਾਂ ਕਰਕੇ ਉਹਨਾਂ ਨੇ ਪੈਸੇ ਬਚਿਆ ਹੋਇਆਂ ਤੇ ਵੀ ਐਪਲੀਕੇਸ਼ਨ ਐਕਸੈਪਟ ਕਰਨੀਆਂ ਸਟਾਪ ਕਰਤੀਆਂ ਸੀਗੀਆਂ ਇੱਕ ਵੇਲਾ ਹੋਰ ਹੋ ਗਿਆ ਜੀ ਬ੍ਰੇਕ ਲੈਣ ਦਾ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਆ ਕਿਤੇ ਜਾਈਓ ਨਾ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਸਾਡੀ ਚਰਚਾ ਚੱਲ ਰਹੀ ਸੀ ਟੈਕਸ ਤੇ ਇਸ ਸਾਲ ਟੈਕਸ ਸੀਜ਼ਨ ਚੱਲ ਰਿਹਾ ਵਰਿੰਦਰ ਬੈਂਸ ਜੀ ਸਾਡੇ ਨਾਲ ਨੇ ਜਿਹੜੇ CPA ਨੇ ਬੈਂਸ ਸਰ ਇੱਕ ਅਨਐਮਪਲੋਇਮੈਂਟ ਜਿਹੜੀ ਹੋਈ ਹੈ ਕੋਵਿਡ ਦੇ ਦੌਰਾਨ ਬਹੁਤ ਜ਼ਿਆਦਾ ਫੰਡ ਜਿਹੜਾ ਦਿੱਤਾ ਵਾ ਫੈਡਰਲ ਸਰਕਾਰ ਨੇ ਕੀ ਉਹ ਵੀ ਟੈਕਸੇਬਲ ਹੈ ਰਾਈਟ ਸੋ ਜਿਹੜੀ ਅਨਐਮਪਲੋਇਮੈਂਟ ਇੰਸ਼ੋਰੈਂਸ ਮਿਲੀ ਹੈ ਐਤਕੀ ਮੋਸਟਲੀ ਕੈਲੀਫੋਰਨੀਆ ਸਟੇਟ ਦਿੰਦੀ ਹੈ ਤੁਹਾਨੂੰ ਐਤਕੀ ਪੈਂਡੈਮਿਕ ਇੰਸ਼ੋਰੈਂਸ ਮਿਲੀ ਕਰਕੇ ਉਹਦੇ ਨਾਲ ਅਟੈਚ ਹੋ ਕੇ ਕਾਫੀ ਅਮਾਉਂਟ ਹੋ ਗਈ ਸੀਗੀ ਤੇ ਕੈਲੀਫੋਰਨੀਆ ਦੇ ਵਿੱਚ ਮੈਕਸਿਮਮ ਅਮਾਉਂਟਸ ਅਪ ਟੂ 31,500 ਕਲੈਕਟ ਕੀਤੀ ਹੈ ਲੋਕਾਂ ਨੇ ਸੋ ਦੈਟ ਮੀਨਸ ਇਹ ਦੇਖ ਲਓ ਵੀ ਕਈ ਜੌਬਸ ਨਾਲੋਂ ਜ਼ਿਆਦਾ ਸੀਗੀ ਜਿਹੜੀ ਅਨਐਮਪਲੋਇਮੈਂਟ ਇੰਸ਼ੋਰੈਂਸ ਕਲੈਕਟ ਹੋ ਰਹੀ ਸੀ ਔਨ ਮੰਥਲੀ ਬੇਸਿਸ ਵਿਚ ਇਜ਼ ਫਾਈਨ ਤੇ ਉਹਦੇ ਵਿੱਚ ਕੈਲੀਫੋਰਨੀਆ ਦਾ ਕੋਈ ਟੈਕਸ ਨਹੀਂ ਹੈਗਾ ਪਰ ਉਹਦੇ ਉੱਤੇ ਫੈਡਰਲ ਇਨਕਮ ਟੈਕਸ ਲੱਗਣਾ ਵਾ ਤੇ ਮੋਸਟਲੀ ਜਦੋਂ ਤੁਹਾਨੂੰ W2 ਦੇ ਥਰੂ ਪੇਮੈਂਟ ਮਿਲਦੀ ਆ ਤਾਂ ਜਿਹੜੇ ਫੈਡਰਲ ਇਨਕਮ ਟੈਕਸਸ ਜਾਂ ਸਟੇਟ ਇਨਕਮ ਟੈਕਸਸ ਉਹ ਡਿਡਕਟ ਕੀਤੇ ਹੁੰਦੇ ਨੇ ਐਂਡ ਦੈਟਸ ਵਾਈ ਜੇ ਉਹ ਜ਼ਿਆਦਾ ਡਿਡਕਟ ਕੀਤੇ ਹੋਏ ਨੇ ਤਾਂ ਸਾਲ ਦੇ ਐਂਡ ਤੁਹਾਨੂੰ ਰੀਫੰਡ ਮਿਲ ਜਾਂਦਾ ਪਰ ਜਿਹੜੀ ਅਨਐਮਪਲੋਇਮੈਂਟ ਇੰਸ਼ੋਰੈਂਸ ਆ ਮੈਂ ਕਹਿੰਦਾ ਵੀ ਮੇਬੀ 90% ਲੋਕਾਂ ਨੇ ਕੋਈ ਵਿਥਹੋਲਡਿੰਗ ਨਹੀਂ ਉਹਦੇ ਉੱਤੇ ਕਰਾਈ ਸੋ ਲੈਟਸ ਸੇ ਜੇ ਕਿਸੇ ਨੂੰ 15 ਜਾਂ 20,000 ਅਨਐਮਪਲੋਇਮੈਂਟ ਇੰਸ਼ੋਰੈਂਸ ਮਿਲੀ ਆ ਪੇਮੈਂਟ ਉਹਦੇ ਵਿੱਚੋਂ ਕੋਈ ਟੈਕਸ ਨਹੀਂ ਗਿਆ ਹੋਇਆ
ਤੇ ਉਹ ਤੁਸੀਂ ਭੁੱਲਿਓ ਵੀ ਨਾ ਕਿ ਤੁਸੀਂ ਉਹ ਆਪਦੇ ਟੈਕਸ ਰਿਟਰਨ ਮਤਲਬ ਟੈਕਸੇਬਲ ਹੈ। ਸੋ ਉਹ ਟੈਕਸੇਬਲ ਹੈਗੀ ਆ ਤੇ ਉਹ ਟੈਕਸ ਤੁਸੀਂ ਆਪਦੇ ਟੈਕਸ ਰਿਟਰਨ ਦੇ ਉੱਤੇ ਇਹ ਤਾਂ ਹੋ ਗਈ ਅਨਐਮਪਲੋਇਮੈਂਟ ਸਟੇਟ ਵਾਲੀ। ਫੈਡਰਲ ਨੇ ਵੀ ਨਾਲ ਦਿੱਤੀ ਸੀ ਗ੍ਰਾਂਟ ਕੰਬਾਈਨਡ, ਉਹ ਸੇਮ ਫਾਰਮ ਦੇ ਉੱਤੇ ਰਿਪੋਰਟ ਹੁੰਦੀ ਹੈ। ਹਾਂ, ਲੇਕਿਨ ਉਹ ਗ੍ਰਾਂਟ ਵੀ ਦਿੱਤੀ ਸੀ ਹਾਂਜੀ, ਜਿੱਦਾਂ $600 ਪਰ ਵੀਕ ਹੈ ਨਾ, ਤੇ ਉਹਦੇ ਨਾਲ ਤਾਂ ਉਹਦੀ ਇਨਕਮ ਜਿਹੜੀ ਸੀਗੀ ਸ਼ਾਇਦ ਕਈਆਂ ਦੀ ਤਾਂ ਇਦਾਂ ਦੀ ਵੀ ਹਾਲਾਤ ਹੋਏ ਨੇ ਵੀ ਜਿੰਨੀ ਉਹ ਸੈਲਰੀ ਲੈ ਰਿਹਾ ਸੀ ਉਸ ਤੋਂ ਵੀ ਜ਼ਿਆਦਾ ਉਹਨੂੰ ਪਰ ਮੰਥ ਮਿਲਣਾ ਸ਼ੁਰੂ ਹੋ ਗਿਆ ਸੀ। ਤੇ ਕੀ ਇਹ ਸਾਰੀ ਮਤਲਬ ਸਟੇਟ ਵਾਲੀ ਵੀ ਪਾ ਕੇ ਤੇ ਫੈਡਰਲ ਦੀ ਜਿਹੜੀ ਗ੍ਰਾਂਟ ਪਾ ਕੇ ਸਾਰੀ ਟੈਕਸੇਬਲ ਹੈ ਜਾਂ ਕੱਲੀ ਸਟੇਟ ਵਾਲੀ ਜਾਂ ਫੈਡਰਲ ਵਾਲੀ ਟੈਕਸੇਬਲ ਹੈ? ਸੋ ਬੋਥ ਕੰਬਾਈਨਡ ਟੈਕਸੇਬਲ ਆ ਤੇ ਉਹ ਐਕਚੁਅਲੀ ਰਿਪੋਰਟ ਜਦੋਂ ਤੁਹਾਨੂੰ ਆਉਣੀ ਹੈ 1099 ਜੀ, ਉਹ ਕੰਬਾਈਨ ਕੀਤੀ ਹੋਈ ਸਿੰਗਲ ਰਿਪੋਰਟ ਦੇ ਉੱਪਰ ਹੈਗਾ। ਸੋ ਜਦੋਂ ਸਾਡੇ ਕਲਾਇੰਟਸ ਨੇ ਅਪਲਾਈ ਕਰਨਾ ਸ਼ੁਰੂ ਕੀਤਾ ਸੀਗਾ, ਅਸੀਂ ਉਦੋਂ ਰეკਮੈਂਡ ਕਰ ਰਹੇ ਸੀ ਕਿ ਫੈਡਰਲ ਵਿਥਹੋਲਡਿੰਗ ਕਰਾ ਲਓ ਬਿਕਾਜ਼ ਇਹ ਅਮਾਉਂਟ ਕਾਫੀ ਜ਼ਿਆਦਾ ਤੇ ਮੋਸਟਲੀ ਪੀਪਲ ਵਰ ਸਪੈਂਡਿੰਗ ਮਨੀ ਐਜ਼ ਦੇ ਵਰ ਰਿਸੀਵਿੰਗ ਇਟ। ਸੋ ਐਂਡ ਦੇ ਉੱਤੇ ਟੈਕਸ ਪੇ ਕਰਨ ਵਾਸਤੇ ਵੀ ਬਚੇ ਹੋਣੇ ਚਾਹੀਦੇ ਆ। ਹਾਂ, ਸੋ ਉਹ ਟੈਕਸੇਬਲ ਹੈਗੀ ਆ ਅਮਾਉਂਟ। ਤੇ ਅਨਦਰ ਥਿੰਗ ਇਜ਼ ਤੁਸੀਂ ਨਿਊਜ਼ ਦੇ ਵਿੱਚ ਦੇਖਿਆ ਹੋਣਾ ਕਿ ਮਾਰਚ ਦੇ ਵਿੱਚ ਸਟਾਕ ਮਾਰਕੀਟ ਬਹੁਤ ਵੱਡਾ ਕ੍ਰੈਸ਼ ਹੋਇਆ ਸੀਗਾ, ਹਿਸਟੋਰਿਕ ਕ੍ਰੈਸ਼ ਹੋਇਆ ਸੀਗਾ ਤੇ ਜਿਹੜਾ ਕਿ ਵੈਰੀ ਅਨਫੋਰਚੂਨੇਟ ਹੈਗਾ, ਪਰ ਉਹਦੇ ਵਾਸਤੇ ਸਟਾਕ ਮਾਰਕੀਟ 'ਚ ਬਹੁਤ ਜ਼ਿਆਦਾ ਓਪਰਚੁਨਿਟੀ ਓਪਨ ਹੋ ਗਈ ਸੀ ਕਿ ਅਪ੍ਰੈਲ ਮਈ ਦੇ ਮਹੀਨੇ 'ਚ ਤੁਸੀਂ ਕੁਝ ਵੀ ਬਾਏ ਕਰ ਰਹੇ ਹੋ, ਜਿਹੜੀ ਕੰਪਨੀ ਦੀ ਬੈਂਕਰਪਸੀ ਨਹੀਂ ਹੋਣੀ, ਤਾਂ ਉਹ ਅਮਾਉਂਟਸ ਆਲਮੋਸਟ ਡਬਲ ਜਾਂ ਟ੍ਰਿਪਲ ਹੋਈਆਂ ਨੇ ਕੁਝ ਮਹੀਨਿਆਂ ਦੇ ਵਿੱਚ। ਤੇ ਤੁਸੀਂ ਸੁਣਿਆ ਹੋਣਾ ਰੋਬਿਨਹੁੱਡ ਦੇ ਉੱਤੇ ਵੀ ਬਹੁਤ ਅਕਾਊਂਟ ਨਵੇਂ ਓਪਨ ਹੋਏ। ਹਾਂ, ਬਿਲਕੁਲ ਹੋਏ। ਸੋ ਜਦੋਂ ਵੀ ਤੁਸੀਂ ਸਟਾਕ ਸੇਲਸ ਕਰਦੇ ਹੋ, ਬਾਏ ਕਰਕੇ ਸੈਲ ਕਰਦੇ ਹੋ ਸਟਾਕ ਤੇ ਥੋੜਾ ਗੇਨ ਹੈਗਾ ਵਾ, ਉਹ ਟੈਕਸੇਬਲ ਇਨਕਮ ਹੈਗੀ ਆ। ਤੇ ਜੇ ਉਹ ਸਾਲ ਤੋਂ ਅੰਡਰ ਤੁਸੀਂ ਟ੍ਰਾਂਜੈਕਸ਼ਨ ਕੀਤਾ ਹੋਇਆ ਤਾਂ ਉਹ ਥੋੜਾ ਆਰਡੀਨਰੀ ਰੇਟ ਦੇ ਉੱਤੇ ਤੁਸੀਂ ਟੈਕਸ ਪੇ ਕਰਨਾ। ਮਤਲਬ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਸਟਾਕ ਦੀ ਖਰੀਦੋ ਫਰੋਖਤ ਕੀਤੀ ਗਈ ਆ ਉਹ ਆਪਾਂ ਨੂੰ ਡਿਕਲੇਅਰ ਕਰਨੀ ਹੈ, ਤੁਸੀਂ ਡਿਕਲੇਅਰ ਕਰਨੀ ਹੈ। ਤੇ ਫਰਵਰੀ ਦੇ ਪਹਿਲੇ ਜਾਂ ਦੂਜੇ ਹਫਤੇ ਤੁਹਾਨੂੰ ਇੱਕ ਬ੍ਰੋਕਰੇਜ ਦੀ ਸਟੇਟਮੈਂਟ ਮਿਲਦੀ ਆ, 1099 ਬ੍ਰੋਕਰੇਜ ਐਵਰੀ ਈਅਰ। ਤੇ ਉਹਦੇ ਵਿੱਚ ਕੋਈ ਇੰਟਰਸਟ ਇਨਕਮ ਹੋਵੇ, ਕੋਈ ਡਿਵੀਡੈਂਡ ਇਨਕਮ ਹੋਵੇ, ਜਾਂ ਤੁਹਾਡੇ ਸ਼ਾਰਟ ਟਰਮ ਜਾਂ ਲੌਂਗ ਟਰਮ ਸਟਾਕ ਸੇਲਸ ਹੋਣ, ਉਹ ਸਾਰੇ ਡਿਫਰੈਂਟਲੀ ਕਲਾਸੀਫਾਈ ਕੀਤੇ ਹੋਣੇ ਕਿਉਂਕਿ ਉਹ ਡਿਫਰੈਂਟਲੀ ਟੈਕਸ ਹੁੰਦੇ ਨੇ। ਤੇ ਬਟ ਆਈ ਥਿੰਕ ਮੋਸਟਲੀ ਸਾਰਿਆਂ ਦਾ ਸ਼ਾਰਟ ਟਰਮ ਹੀ ਗੇਨ ਹੈਗਾ ਕਿਉਂਕਿ ਕਿਸੇ ਨੇ 2 ਹਫ਼ਤੇ ਬਾਅਦ ਸੈਲ ਕਰਤੇ ਜਾਂ 2 ਮਹੀਨੇ ਜਾਂ 3 ਮਹੀਨੇ ਬਾਅਦ ਸੈਲ ਕਰਤੇ। ਸੋ ਉਹ ਤੁਸੀਂ ਵੀ ਉਹ ਵੀ ਰਿਪੋਰਟ ਕਰਨਾ ਵਾ। ਤੇ ਉਹ ਬੜੀ ਗੁੱਡ ਫਾਰਮੈਟ ਕੀਤੀ ਹੁੰਦੀ ਹੈ ਤੁਹਾਡੇ ਟੈਕਸ ਪ੍ਰੋਫੈਸ਼ਨਲ ਸਿਰਫ ਉਹ ਰਿਪੋਰਟ ਦੀ ਲੋੜ ਹੈਗੀ ਹੈ ਤੇ ਉਹ ਬਾਕੀ ਤੁਹਾਡੇ ਰਿਟਰਨ ਦੇ ਉੱਤੇ ਸ਼ੋ ਕਰ ਸਕਦੇ। ਅੱਛਾ, ਹੁਣ ਆਪਾਂ ਗੱਲ ਕਰਦੇ ਹਾਂ ਕਿ ਹੁਣ ਬਾਈਡਨ ਪ੍ਰਸ਼ਾਸਨ ਹੈ, ਜਿੱਦਾਂ ਕਿ ਪਹਿਲਾਂ ਵੀ ਗੱਲ ਮੈਂ ਕੀਤੀ ਸੀ ਸ਼ੁਰੂਆਤ ਦੇ ਵਿੱਚ ਵੀ ਕਿ ਆਉਣ ਵਾਲੇ ਤੁਹਾਨੂੰ ਚੇਂਜਸ ਦਿਖਣਗੀਆਂ। ਤੇ ਕੀ ਉਮੀਦ ਹੈ ਤੁਹਾਨੂੰ ਵੀ ਕਿੱਦਾਂ ਦੀਆਂ ਚੇਂਜਸ ਦਿਖ ਸਕਦੀਆਂ ਨੇ? ਸੋ ਹਰੇਕ ਐਡਮਿਨਿਸਟ੍ਰੇਸ਼ਨ ਨਵੀਂ ਪ੍ਰੋਮਿਸਿਸ ਕਰਦੀ ਹੈ ਕਿ ਚੇਂਜਸ ਅਸੀਂ ਇਹ ਲੈ ਕੇ ਆਵਾਂਗੇ ਜੇ ਅਸੀਂ ਇਲੈਕਟ ਹੋ ਗਏ। ਤੇ ਆਈ ਥਿੰਕ ਆਪਣੀਆਂ ਇਲੈਕਸ਼ਨਸ ਲੋਕਾਂ ਨੇ ਬਹੁਤ ਕਲੋਜ਼ਲੀ ਫੋਲੋ ਕੀਤੀਆਂ ਰੀਅਲੀ। ਤੇ ਇਹਦੇ ਰਿਲੇਟਡ ਕਨਫਲਿਕਟਸ ਵੀ ਬਹੁਤ ਜ਼ਿਆਦਾ ਹੋਏ ਨੇ ਵਿਚ ਇਜ਼ ਅਨਫੋਰਚੂਨੇਟ ਸਪੈਸ਼ਲੀ ਕਿਉਂਕਿ ਇੱਕ ਤਾਂ ਅਸੀਂ ਕੋਵਿਡ ਦੇ ਨਾਲ ਫਾਈਟ ਕਰ ਰਹੇ ਸੀ ਤੇ ਇੱਕ ਬਹੁਤ ਸੋਸ਼ਲ ਅਨਰੈਸਟ ਵੀ ਸੀਗੀ। ਸੋ ਜਿਹੜੇ ਮੇਨ ਚੇਂਜਸ ਹੈਗੇ ਨੇ ਉਹ ਕਾਰਪੋਰੇਟ ਟੈਕਸ ਰੇਟਸ ਮੋਸਟ ਲਾਈਕਲੀ ਅਪ ਜਾਣਗੇ ਫਰੋਮ 21% to 28%। ਇੱਕ ਡਿਡਕਸ਼ਨ ਸੀਗੀ ਸੈਕਸ਼ਨ 199 ਜਿਹੜੇ ਕਿ ਸਾਡੇ ਸਮਾਲ ਬਿਜ਼ਨਸ ਓਨਰਸ ਨੇ ਕਾਫੀ ਉਹਨਾਂ ਤੋਂ ਫਾਇਦਾ ਲਿਆ ਵਾ, ਜਿਹਦੇ ਵਿੱਚ ਤੁਹਾਨੂੰ 20% ਐਡੀਸ਼ਨਲ ਮਾਰਕਸ ਸੀਗਾ ਤੁਹਾਡੀ ਨੈਟ ਇਨਕਮ ਦੇ ਵਿੱਚੋਂ। ਤੇ ਉਹ ਡਿਡਕਸ਼ਨ ਮੋਸਟ ਲਾਈਕਲੀ ਚਲੀ ਜਾਣੀ। ਮਤਲਬ ਉਹ ਕੀ ਸੀਗੀ ਡਿਡਕਸ਼ਨ, ਇੱਕ ਵਾਰ ਥੋੜਾ ਜਿਹਾ? ਸੋ ਲੈਟਸ ਸੇ ਜੇ ਤੁਸੀਂ ਸੈਲਫ ਇੰਪਲੋਇਡ ਹੈਗੇ ਹੋ ਜਾਂ ਤੁਸੀਂ ਬਿਜ਼ਨਸ ਓਨਰ ਹੈਗੇ ਹੋ, ਉਹਦੇ ਵਿੱਚ ਜੇ $100,000 ਇਨਕਮ ਹੈਗੀ ਆ ਤਾਂ ਉਹਦੇ ਵਿੱਚੋਂ $20,000 ਆਟੋਮੈਟਿਕਲੀ ਨਾਨ ਟੈਕਸੇਬਲ ਆ। ਓਕੇ, ਜਿਹੜਾ ਕਿ ਇੱਕ ਸਿੰਗਲ ਲਾਈਨ ਆਈਟਮ ਸੀਗੀ ਜਿਹੜਾ ਕਿ ਤੁਹਾਨੂੰ ਬੈਨੀਫਿਟ ਦਿੱਤਾ ਜਾ ਰਿਹਾ ਸੀਗਾ। ਉਹ ਰੀਜ਼ਨ ਤਾਂ ਸੀਗਾ ਕਿਉਂਕਿ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਸ ਆ ਉਹਨਾਂ ਦਾ ਰੇਟ ਹੈਗਾ 21% ਤੇ ਜਿਹੜੀਆਂ ਸਮਾਲਰ ਕਾਰਪੋਰੇਸ਼ਨ ਜਾਂ ਪਾਸ ਥਰੂ ਐਂਟੀਟੀਜ਼ ਆ ਉਹਨਾਂ ਦਾ ਕੰਬਾਈਨਡ ਰੇਟ ਵੱਧ ਆ ਰਿਹਾ ਸੀਗਾ। ਉਹਨੂੰ ਬੈਲੈਂਸ ਕਰਨ ਵਾਸਤੇ ਉਹ ਐਡੀਸ਼ਨਲ ਡਿਡਕਸ਼ਨ ਸੀਗੀ ਜਿਹੜਾ ਕਿ ਮੋਸਟਲੀ ਸਾਡੇ ਜਿੰਨੇ ਵੀ ਕਲਾਇੰਟਸ ਹੈਗੇ ਉਹਨਾਂ ਨੇ ਬੈਨੀਫਿਟ ਇੰਜੋਏ ਕੀਤਾ ਵਾ ਇੰਨੇ ਸਾਲ। ਪਰ ਆਈ ਥਿੰਕ ਉਹ ਮੋਸਟ ਲਾਈਕਲੀ ਚਲੀ ਜਾਣੀ ਆ। ਤੇ ਜਿਹੜਾ ਇੰਡੀਵਿਜੂਅਲ ਟੈਕਸ ਰੇਟ ਹੈਗਾ ਵਾ ਇਹਦੇ ਵਿੱਚ ਉਹ ਮੈਂਸ਼ਨ ਕਰ ਰਹੇ ਸੀਗੇ ਕਿ ਓਨਲੀ $400,000 ਤੋਂ ਜਿਹੜੀ ਵੱਧ ਇਨਕਮ ਆ ਉਹਦਾ ਰੇਟ ਇਨਕਰੀਜ਼ ਹੋਊਗਾ। ਉਦੋਂ ਘੱਟ ਜਿਹੜੀ ਇਨਕਮ ਹੈਗੀ ਆ ਉਹਦੀਆਂ ਜਿਹੜੀਆਂ ਬ੍ਰੈਕਟਸ ਨੇ ਉਹ pretty much ਸੇਮ ਰਹਿਣਗੀਆਂ। ਬਾਕੀ ਜਦੋਂ ਐਕਚੁਅਲੀ ਇੰਪਲੀਮੈਂਟ ਹੁੰਦਾ ਉਦੋਂ ਸਾਨੂੰ ਪਤਾ ਲੱਗਦਾ ਵਾ। ਪਰ ਦੈਟਸ ਦ ਰੀਜ਼ਨ ਕਿ ਈਵਨ ਦੋ ਨਵੀਂ ਐਡਮਿਨਿਸਟ੍ਰੇਸ਼ਨ ਆਈ ਹੈ ਜਿਹੜੇ 2020 ਚੇਂਜਸ ਆ ਉਹ ਮੋਸਟਲੀ ਕਰੋਨਾ ਵਾਇਰਸ ਰਿਲੇਟਡ ਜਿਹੜੇ ਫੰਡਿੰਗ ਮਿਲੀ ਆ ਉਹਦੇ ਰਿਲੇਟਡ ਆ, ਨਾ ਕਿ ਕੋਈ ਪਾਲਿਸੀ ਦੇ ਵਿੱਚ ਕੋਈ ਬਿਗ ਚੇਂਜ ਆਇਆ। ਇਹ ਹੋ ਗਈ ਫੈਡਰਲ ਲੈਵਲ ਦੀ ਗੱਲ। ਜਿਹੜੀ ਕੈਲੀਫੋਰਨੀਆ ਦੇ ਵਿੱਚ ਆਈ ਥਿੰਕ ਬਿਗੇਸਟ ਚੇਂਜ ਹੈਗਾ ਕਿ ਜੇ ਤੁਹਾਡੇ ਕੋਲ ਪਹਿਲਾਂ ਮੈਡੀਕਲ ਇੰਸ਼ੋਰੈਂਸ ਨਹੀਂ ਸੀਗੀ ਤਾਂ ਤੁਸੀਂ ਪੈਨਲਟੀ ਇੱਕ ਪੇ ਕਰਦੇ ਹੁੰਦੇ ਸੀਗੇ for not having medical insurance। ਉਹ ਤਾਂ ਟਰੰਪ ਨੇ ਜਿਹੜੀ ਖਤਮ ਕਰਤੀ ਸੀ। ਸੋ ਉਹਨੇ ਖਤਮ ਕਰਤੀ ਸੀਗੀ। ਸੋ 2019 ਦੇ ਵਿੱਚ ਕਿਸੇ ਨੇ ਉਹ ਪੈਨਲਟੀ ਨਹੀਂ ਪੇ ਕੀਤੀ ਪਰ ਉਹੀ ਪੈਨਲਟੀ ਕੈਲੀਫੋਰਨੀਆ ਸਟੇਟ ਨੇ ਪਿਕ ਅਪ ਕਰ ਲਈ ਹੈ for 2020 ਜਿਹੜੇ ਮਤਲਬ ਇਸ ਵਾਰ ਜਿਹਨੇ ਰਿਟਰਨ ਫਾਈਲ ਕਰਨੀ ਹੈ ਜੇ ਕਿਸੇ ਕੋ ਹੈਲਥ ਇੰਸ਼ੋਰੈਂਸ ਨਹੀਂ ਹੈਗੀ ਸੋ ਕੈਲੀਫੋਰਨੀਆ ਸਟੇਟ ਉਹਨੂੰ ਇੱਕ ਪੈਨਲਟੀ ਚਾਰਜ ਕਰੂਗੀ। ਓਕੇ,
ਅੱਗੇ ਫੈਡਰਲ ਕਰਦੀ ਸੀ, ਹੁਣ ਕੈਲੀਫੋਰਨੀਆ ਸਟੇਟ ਕਰੇਗੀ। ਹਾਂਜੀ, ਪਰ ਇਹ ਸਿਰਫ ਕੈਲੀਫੋਰਨੀਆ ਰੈਜ਼ੀਡੈਂਟਸ ਵਾਸਤੇ ਹੀ ਆ, ਬਾਕੀ ਦੀਆਂ ਸਟੇਟਸ ਨਹੀਂ ਚਾਰਜ ਕਰ ਰਹੀਆਂ ਪੈਨਲਟੀ। ਤੇ ਇਹਦੇ ਵਿੱਚ ਫਾਰਮ ਪਹਿਲਾਂ ਤੁਹਾਡਾ 1095 ਫਾਰਮ ਸੀਗਾ ਤੇ ਐਤਕੀ ਤੁਹਾਡਾ ਹੈਗਾ ਵਾ 3508। ਓਕੇ, ਇਹ ਵੀ ਤੁਹਾਡੀ ਮੈਡੀਕਲ ਇੰਸ਼ੋਰੈਂਸ ਜਿਹੜਾ ਪ੍ਰੋਵਾਈਡਰ ਆ ਉਹਨੇ 3508 ਫਾਰਮ ਤੁਹਾਨੂੰ ਭੇਜਣਾ ਵਾ। ਹਾਂ, ਇਹ ਤੁਸੀਂ ਆਪਦੇ ਟੈਕਸ ਪ੍ਰੋਫੈਸ਼ਨਲ ਕੋਲੇ ਲੈ ਕੇ ਜਾਣਾ, ਕਿਉਂਕਿ ਜੇ ਤੁਹਾਨੂੰ ਪ੍ਰੀਮੀਅਮ ਟੈਕਸ ਕ੍ਰੈਡਿਟ ਜ਼ਿਆਦਾ ਮਿਲਿਆ ਹੋਇਆ ਵਾ ਬੇਸਡ ਔਨ ਯੋਰ ਇਨਕਮ, ਉਹ ਥਰੂ ਟੈਕਸ ਤੁਸੀਂ ਉਹ ਵਾਪਸ ਕਰਨਾ। ਉਹ ਵਾਪਸ ਕਰਨਾ। ਜੇ ਤੁਹਾਨੂੰ ਇਨਫ ਨਹੀਂ ਮਿਲਿਆ ਹੈਗਾ, ਉਹ ਤੁਹਾਨੂੰ ਐਜ਼ ਅ ਰੀਫੰਡ ਵਾਪਸ ਆ ਜਾਏਗਾ। ਅੱਗੇ ਇਹ ਵੀ ਸੀਗਾ ਨਾ ਵੀ 2 ਮਹੀਨੇ ਸਪੋਜ਼ ਤੁਸੀਂ ਨਹੀਂ ਇੰਸ਼ੋਰੈਂਸ ਤੁਹਾਡੇ ਕੋਲ ਹੈਗੀ ਤੇ ਫਿਰ ਕੋਈ ਪੈਨਲਟੀ ਨਹੀਂਗੀ, ਲੇਕਿਨ ਕੈਲੀਫੋਰਨੀਆ ਸਟੇਟ ਦਾ ਵੀ ਸੇਮ ਹੈ ਜਾਂ ਇਹਨਾਂ ਦੀ ਪਹਿਲੇ ਮਹੀਨੇ ਤੋਂ ਹੀ ਹੋਣੀ ਚਾਹੀਦੀ ਹੈ? ਸੋ ਕੈਲੀਫੋਰਨੀਆ ਸਟੇਟ ਤੁਹਾਨੂੰ 3 ਮੰਥਸ ਦੇ ਰਹੀ ਹੈ। ਅੱਛਾ, 3 ਮਹੀਨੇ ਤੱਕ ਜੇ ਤੁਹਾਡੇ ਕੋਲ ਇੰਸ਼ੋਰੈਂਸ ਹੈਗੀ ਤੇ ਕੋਈ ਉਹਦਾ ਪੈਨਲਟੀ ਨਹੀਂ, ਲੇਕਿਨ 3 ਮਹੀਨੇ ਤੋਂ ਜ਼ਿਆਦਾ ਹੋ ਗਈ ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਹੈਗੀ ਤੇ ਤੁਹਾਨੂੰ ਪੈਨਲਟੀ ਪੇ ਕਰਨੀ ਪੈਣੀ ਹੈ। ਤੇ ਉਹਦਾ ਕੋਈ ਹੈਗਾ ਕਿੰਨੀ ਪੈਨਲਟੀ ਦਾ ਆਈਡੀਆ ਕੋਈ? ਉਹ ਚ ਪਰਸੈਂਟੇजेस ਹੈ, ਪਰਸੈਂਟੇਜ ਜੋ ਉਹਨਾਂ ਦੀ ਇਨਕਮ ਦੇ ਹਿਸਾਬ ਨਾਲ ਪਰਸੈਂਟੇਜ ਇੱਕ ਦੀ ਡਿਫਰੈਂਟ ਹੋਣੀ ਆ, ਬਟ ਇਟਸ ਹਾਰਡ ਟੂ ਸਪੈਕੂਲੇਟ ਕਿ ਜਨਰਲ ਕਿੰਨੀ। ਸੇ ਕੁੱਲ ਮਿਲਾ ਕੇ ਜੇ ਆਪਾਂ ਗੱਲ ਕਰੀਏ ਕਿ ਜਿਹੜਾ ਇਸ ਵਾਰ ਕੋਈ ਖਾਸ ਚੇਂਜਸ ਦੇਖਣ ਨੂੰ ਨਹੀਂ ਮਿਲਣਗੀਆਂ, ਜਿਹੜੀਆਂ ਇਨਫਲੇਸ਼ਨ ਰੇਟ ਨੂੰ ਲੈ ਕੇ ਮਾੜੀਆਂ ਮੋਟੀਆਂ ਜਿਹੜੀਆਂ ਉਹ ਫਾਇਦਾ ਹੀ ਹੋਇਆ ਉਹਨੂੰ ਦੇਖਦੇ ਹੋਏ, ਲੇਕਿਨ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਚੇਂਜਸ ਦੇਖਣ ਨੂੰ ਮਿਲ ਸਕਦੀਆਂ, ਉਹ ਵੀ ਕਾਰਪੋਰੇਟ ਸੈਕਟਰ ਦੇ ਵਿੱਚ ਜ਼ਿਆਦਾ। ਕਾਰਪੋਰੇਟ ਸੈਕਟਰ ਦੇ ਵਿੱਚ ਤੇ ਇੰਡੀਵਿਜੂਅਲ ਸੈਕਟਰ, ਲੋ ਇਨਕਮ ਫੈਮਿਲੀਜ਼ ਦੇ ਵਿੱਚ ਜੇ ਕੋਈ ਚੇਂਜਸ ਆਈਆਂ, ਆਈ ਥਿੰਕ ਦੇयर ਵਿਲ ਬੀ ਪੋਜ਼ਿਟਿਵ ਚੇਂਜਸ। ਜਾਂ ਕਿਉਂਕਿ ਕੋਵਿਡ ਕਰਕੇ ਸ਼ਾਇਦ ਕੋਈ ਸੋਚ ਕੇ ਉਹ ਉਸ ਹਿਸਾਬ ਨਾਲ ਵੀ ਪਲਾਨ ਕਰਨ, ਇਹ ਵੀ ਤੁਹਾਨੂੰ ਉਮੀਦ ਲੱਗਦੀ ਕੁਝ? ਜਾਂ ਕੋਵਿਡ ਕਰਕੇ ਆਈ ਥਿੰਕ ਸ਼ਾਇਦ ਜਿਹੜਾ ਹੁਣ ਸਟਿਮੂਲਸ ਰੀਸੈਂਟਲੀ ਅਪਰੂਵ ਹੋ ਰਿਹਾ ਵਾ, ਉਹਦੇ ਨਾਲ ਕਾਫੀ ਲੋਕਾਂ ਨੂੰ ਬੈਨੀਫਿਟ ਮਿਲਣਾ। ਅਨਦਰ $1,400 ਪੇਮੈਂਟ ਡਿਸਕਸ ਹੋ ਰਹੀ ਆ ਪਰ ਇੰਡੀਵਿਜੂਅਲ, ਬਿਕਾਜ਼ ਪਹਿਲਾਂ $2,000 ਪੇਮੈਂਟ ਹੋਣੀ ਸੀ, ਜਿਹਦੇ ਵਿੱਚੋਂ 600 ਸਾਰਿਆਂ ਨੂੰ ਮਿਲ ਚੁੱਕਿਆ। $1,400 ਮੋਸਟ ਲਾਈਕਲੀ ਅਪਰੂਵ ਹੋ ਜਾਊਗਾ। ਪਰ ਜਸਟ ਜੇ ਜਨਰਲ ਡਿਸਕਸ਼ਨ ਆਪਾਂ ਕਰੀਏ ਕਿ ਜਦੋਂ ਵੀ ਬਿਗ ਲੈਵਲ ਦੇ ਉੱਤੇ ਸਟਿਮੂਲਸ ਇਕਨੋਮੀ ਦੇ ਵਿੱਚ ਜਾਂਦਾ ਵਾ, ਉਹਨੂੰ ਪੇ ਕਰਨ ਵਾਸਤੇ ਉਹ ਟੈਕਸ ਦੇ ਵਿੱਚੋਂ ਹੀ ਜਾਣੇ। ਰੀਅਲੀ ਆਣਾ ਤਾਂ ਟੈਕਸ ਚੋਂ ਹੀ ਹੈ ਨਾ, ਗਵਰਨਮੈਂਟ ਨੇ ਤਾਂ ਕਿਤੋਂ ਨਾ ਕਿਤੋਂ ਤਾਂ ਲੈਣਾ ਹੀ ਹੈ। ਸੋ 2 ਸਾਲਾਂ ਨੂੰ ਆ ਜਾਣ ਜਾਂ 3 ਸਾਲਾਂ ਨੂੰ ਆ ਜਾਣ, ਸੋ ਇਵੈਂਚੁਅਲੀ ਜਿਹੜੇ ਕਾਰਪੋਰੇਟ ਰੇਟ ਆ ਉਹ ਕਵਰ ਕਰ ਲੈਣਗੇ, ਜਿਹੜੇ ਹਾਈ ਇਨਕਮ ਅਰਨਰ ਹੈਗੇ ਨੇ ਉਹ ਕਵਰ ਕਰ ਲੈਣਗੇ। ਲੋਅਰ ਇਨਕਮ ਰੇਟਸ ਵਧਣਗੇ ਜਾਂ ਨਹੀਂ ਵਧਣਗੇ, ਇਟਸ ਹਾਰਡ ਟੂ ਸੇ ਐਟ ਦਿਸ ਪੁਆਇੰਟ, ਪਰ ਇਹ ਪ੍ਰੋਮਿਸ ਤਾਂ ਇਹੀ ਕੀਤਾ ਗਿਆ ਕਿ ਉਹ ਨਹੀਂ ਵਧਣਗੇ। ਸੋ ਅੱਜ ਚਰਚਾ ਸੀਗੀ ਜਿਹੜਾ ਟੈਕਸੇਸ਼ਨ ਇਸ ਸਾਲ ਦਾ ਵਾ ਔਰ ਐਡਮਿਨਿਸਟ੍ਰੇਸ਼ਨ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ, ਉਹ ਕਿੱਦਾਂ ਦੀਆਂ ਚੇਂਜਸ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ, ਲੇਕਿਨ ਉਹਨੂੰ ਟਾਈਮ ਲੱਗੇਗਾ, 2 ਸਾਲ ਵੀ ਲੱਗ ਸਕਦੇ ਨੇ। ਤੁਹਾਨੂੰ ਇਹ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ, ਤੁਸੀਂ ਆਪਣੇ ਸੁਝਾਅ ਸਾਨੂੰ ਜ਼ਰੂਰ ਲਿਖ ਭੇਜਣਾ। ਸਾਡਾ ਪਤਾ ਹੈ feedback@ptcnetwork.com। ਔਰ ਅਗਲੇ ਹਫਤੇ ਇੱਕ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।